रामदास गुरु जग तारन को, गुर जोत अर्जुन माहे धरी। रामदास गुरु जग तारन को, गुर जोत अर्जुन माहे धरी। तू बेअंत को विरला जानै, गुर प्रसाद को शब्द बखानै। दर्शन मांगो दे प्यारे, तुमरी सेवा कौन कौन ना तारे। सुकाओ टल गुर सेविया ऐनस सहज सुभाए। दर्शन परसिया गुरु के, जन्म मरण दुख जाए। सिफत खसमदी नोय अरसों कुरसों चटिया। तुद डिठे सच्चे पातशाह, मर जन्म जन्म दी कटिया। तुद डिठे सच्चे पातशाह, माल जन्म जन्म दी कटिया। सतनाम श्री वाहिगुरु साहिब जीओ। गुजी की वार महला तीजा। सिकंदर इब्राहिम की वार की धुनी गाउणी। एक ओंकार सतगुर प्रसाद। श्लोक महला तीजा। एहो जगत ममता मुआ, जीवन की बेदना है। गुर का पाने जो चला, ता जीवन पदवी पाहे। ओए सदा सदा जन जीवते, जो हर चरनी चित लाहे। नानक नदरी मन वसा, गुरमुख सहज सुमाहे। एहो जगत ममता मुआ, जीवन की बेदना है। वाहिगुरु जी का खालसा, वाहिगुरु जी की फतेह। गरीब नवाज सतगुरु गुरु ग्रंथ साहिब पातशाह जियां ने अमृत वेले दा इस भाग समा बख्शिश करदियां होया सत संगत दियां घड़ियां बख्शिश करके सानू गुरबाणी पढ़न वास्ते, गुरबाणी सरवण करन वास्ते, ये साडे ते रहमत करके त्रुठ के सानू ये दात बख्शिश की है। संगत का गुण बहु अधकाई, पढ़ सूआ गनक उधारे। ये गुरबाणी का फरमान है। संगत विच बैठ के सिफत नूं सुनना परमात्मा दी, इहदे विच इन्ना वड्डा गुण है, एडा वड्डा परोपकार है, एडी वड्डी बख्शिश है जिसनूं कथन नहीं किया जा सकता, जिसनूं दसिया नहीं जा सकता। ते सतगुरां ने एक उदाहरण दे के सानू समझाया। कहन लगे गनका ने किसी साधु की संगत कुछ मिनट की है, कुछ मिनट संगत करन करके, कुछ समा उसनूं अपने घर विच रखन करके ते उदा उधार होया, उदा भला होया। ते गुरु क्या सिखा तू ही संगत में चल के आवेगा, संगत में आके बैठेगा,
ਗੁਰੂ ਦੇ ਬਚਨ ਨੂੰ ਸਰਵਨ ਕਰੇਗਾ ਤੇ ਉਹਨਾਂ ਬਚਨਾਂ ਦੀ ਜਦੋਂ ਕਮਾਈ ਕਰੇਗਾ ਨਾ, ਤੇਰਾ ਵੀ ਭਲਾ ਹੋਵੇਗਾ। ਤੈਨੂੰ ਵੀ ਸਤਿਗੁਰੂ ਜੀ ਬਖਸ਼ ਲੈਣਗੇ। ਇਹ ਸੰਗਤ ਦੀ ਵੱਡੀ ਦਾਤ ਹੈ ਜੋ ਆਪ ਸੰਗਤਾਂ ਪ੍ਰਾਪਤ ਕਰ ਰਹੇ ਹੋ। ਆਸਾ ਜੀ ਦੀ ਵਾਰ ਦੇ ਕੀਰਤਨ ਆਪਾਂ ਸਰਵਣ ਕੀਤੇ ਨੇ। ਹੁਣ ਗੁਰਬਾਣੀ ਦੀ ਲੜੀਵਾਰ ਕਥਾ ਸਤਿਗੁਰੂ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਟਿਕਾਈਏ। ਬੜੀ ਭਾਵਨਾ ਔਰ ਸ਼ਰਧਾ ਦੇ ਨਾਲ ਇਸ ਵਿਚਾਰ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਕੀ ਵਾਰ ਮਹਲਾ ਤੀਜਾ। ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਜੋ ਆਪਾਂ ਬਾਣੀ ਸਰਵਣ ਕਰ ਰਹੇ ਹਾਂ, ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਦੋਂ ਇਸ ਬਾਣੀ ਨੂੰ ਲਿਖਿਆ ਹੈ ਤੇ ਉਹਨਾਂ ਨੇ ਉੱਤੇ ਬਚਨ ਲਿਖੇ ਨੇ ਗੂਜਰੀ ਕੀ ਵਾਰ। ਇਹ ਜਿਹੜੀ ਵਾਰ ਹੈ ਇਹ ਗੂਜਰੀ ਰਾਗ ਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਮਹਾਰਾਜ ਜੀਆਂ ਨੇ ਦਰਜ ਕੀਤੀਆਂ ਨੇ। ਇਹ ਗੂਜਰੀ ਰਾਗ ਦੀ ਵਾਰ ਪ੍ਰਾਪਤ ਹੋ ਰਹੀ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੇ ਸ਼ਬਦ ਆਪਾਂ ਨੂੰ ਸਰਵਣ ਕਰਨ ਵਾਸਤੇ ਇਸ ਦੇ ਵਿੱਚ ਪ੍ਰਾਪਤ ਹੋਣਗੇ। ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਉਪਦੇਸ਼ ਔਰ ਸ਼ਬਦ ਆਪਾਂ ਇਸ ਵਾਰ ਦੇ ਵਿੱਚ ਸਰਵਣ ਕਰਾਂਗੇ। ਗੂਜਰੀ ਕੀ ਵਾਰ ਮਹੱਲਾ ਤੀਜਾ। ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਲਿਖ ਕੇ ਸਾਨੂੰ ਦੱਸਿਆ ਵੀ ਇਸ ਗੁਰੂ ਦੀ ਬਾਣੀ ਇਸ ਵਾਰ ਦੇ ਵਿੱਚ ਆ ਰਹੀ ਹੈ। ਅੱਗੇ ਬਚਨ ਆ ਗਿਆ ਹੈ ਸਿਕੰਦਰ ਇਬਰਾਹਿਮ ਕੀ ਵਾਰ। ਇਹ ਜਿਹੜੇ ਬਚਨ ਨੇ, ਸਿਕੰਦਰ ਤੇ ਇਬਰਾਹਿਮ ਦੋ ਰਜਵਾੜੇ ਸਨ ਔਰ ਦੋਵੇਂ ਸ਼ਰੀਕੇ ਵਿੱਚੋਂ ਭਰਾ ਲੱਗਦੇ। ਆਪੋ ਆਪਣੇ ਸ਼ਹਿਰ ਔਰ ਆਪੋ ਆਪਣੇ ਇਲਾਕੇ ਦੇ ਵਿੱਚ ਰਾਜ ਕਰਦੇ ਨੇ। ਜਿਹੜਾ ਸਿਕੰਦਰ ਰਾਜਾ ਹੈ ਉਹ ਥੋੜ੍ਹਾ ਧਰਮਾਤਮਾ ਹੈ, ਰੱਬ ਦੀ ਬੰਦਗੀ ਕਰਨ ਵਾਲਾ, ਰੱਬ ਨੂੰ ਮੰਨਣ ਵਾਲਾ ਹੈ, ਨਿਆਂਕਾਰੀ ਰਾਜਾ ਹੈ। ਆਪਣੀ ਪ੍ਰਜਾ ਦੇ ਦੁੱਖ ਤੇ ਤਕਲੀਫ ਨੂੰ ਸੁਣਦਾ ਹੈ ਤੇ ਉਹਨੂੰ ਦੂਰ ਕਰਨ ਦਾ ਯਤਨ ਕਰਦਾ। ਚੰਗਿਆਂ ਮਹਾਤਮਾ ਦੀ ਸੰਗਤ ਵਿੱਚ ਰਹਿੰਦਾ। ਇਹ ਜੀਵਨ ਹੈ ਸਿਕੰਦਰ ਦਾ। ਪਰ ਜਿਹੜਾ ਦੂਜਾ ਰਜਵਾੜਾ ਹੈ, ਸਰੀਕੇ ਵਿੱਚ ਭਰਾ ਲੱਗਦਾ, ਨਾਮ ਹੈ ਇਬਰਾਹਿਮ, ਇਹਦਾ ਚਾਲ ਚੱਲਣ ਠੀਕ ਨਹੀਂ ਹੈ। ਇਹ ਕੁਕਰਮੀ ਬੰਦਾ ਹੈ, ਪਾਪ ਕਰਮ ਕਰਦਾ, ਹਰ ਵੇਲੇ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ, ਹਰ ਵੇਲੇ ਨਸ਼ੇ ਦੇ ਵਿੱਚ ਗਲਤਾਨ ਰਹਿੰਦਾ, ਹਰ ਵੇਲੇ ਵਿਕਾਰ ਬਿਰਤੀ ਨੂੰ ਰੱਖਦਾ ਹੈ। ਇਸ ਰਾਜੇ ਨੇ, ਇਬਰਾਹਿਮ ਨੇ ਐਲਾਨ ਕਰ ਦਿੱਤਾ, ਜਿੱਥੋਂ ਤੱਕ ਮੇਰਾ ਰਾਜ ਹੈ, ਮੇਰੇ ਰਾਜ ਦੇ ਵਿੱਚ ਜਦੋਂ ਕੋਈ ਵੀ ਆਪਣੇ ਪੁੱਤਰ ਨੂੰ ਵਿਆਹਵੇਗਾ, ਆਪਣੀ ਨੂੰਹ ਨੂੰ ਘਰ ਵਿੱਚ ਲੈ ਕੇ ਆਵੇਗਾ, ਘਰ ਵਿੱਚ ਲਿਆਉਣ ਤੋਂ ਪਹਿਲਾਂ ਉਸ ਨੂੰ ਮੇਰੇ ਮਹਿਲਾਂ ਵਿੱਚ ਲਿਆਉਣਾ ਪਵੇਗਾ, ਮੇਰੇ ਮਹਿਲਾਂ ਵਿੱਚ ਰਾਤ ਰੱਖਣਾ ਪਵੇਗਾ ਤੇ ਫਿਰ ਆਪਣੇ ਘਰ ਵਿੱਚ ਲਿਜਾ ਸਕਦਾ ਹੈ। ਜਿਹੜਾ ਇਸ ਤਰ੍ਹਾਂ ਨਹੀਂ ਕਰੇਗਾ ਉਹਦੇ ਪਰਿਵਾਰ ਨੂੰ ਮੈਂ ਮਾਰ ਦੇਵਾਂਗਾ, ਸਜ਼ਾ ਦੇਵਾਂਗਾ। ਇਸੇ ਇਬਰਾਹਿਮ ਰਾਜੇ ਦੇ ਸ਼ਹਿਰ ਵਿੱਚ ਇੱਕ ਬ੍ਰਾਹਮਣ ਜਿਹੜਾ ਹੈ, ਆਪਣੇ ਪੁੱਤਰ ਦਾ ਵਿਆਹ ਕਰਕੇ ਡੋਲੇ ਦੇ ਸਮੇਤ ਆਉਂਦਾ ਪਿਆ। ਰਸਤੇ ਵਿੱਚ ਆਉਂਦਿਆਂ ਮਨ ਵਿੱਚ ਸੋਚਿਆ, ਸਾਡੇ ਦੇਸ਼ ਦਾ, ਸ਼ਹਿਰ ਦਾ ਰਾਜਾ ਬੜਾ ਕੁਕਰਮੀ ਹੈ, ਜੀਵਨ ਭ੍ਰਸ਼ਟ ਵਾਲਾ ਹੈ। ਜੇ ਮੈਂ ਆਪਣੇ ਸ਼ਹਿਰ ਵਿੱਚ ਜਾਵਾਂਗਾ ਤੇ ਉਹਨੇ ਮੇਰੇ ਤੇ ਵੀ ਇਹ ਕਾਨੂੰਨ ਬਣਾ ਦੇਣਾ, ਮੈਨੂੰ ਵੀ ਇਹ ਗੱਲ ਕਹਿਣਾ ਹੈ ਕਿ ਆਪਣੀ ਬਹੂ ਨੂੰ ਮੇਰੇ ਮਹਿਲਾਂ ਵਿੱਚ ਛੱਡਿਆ ਜਾਏ, ਧਰਮ ਭ੍ਰਸ਼ਟ ਹੋ ਜਾਏਗਾ। ਇਸ ਗੱਲ ਨੂੰ ਵਿਚਾਰ ਕੇ ਇਹ ਰਾਜੇ ਇਬਰਾਹਿਮ ਦੇ ਸ਼ਹਿਰ ਵਿੱਚ ਨਾ ਆਇਆ, ਸਗੋਂ ਰਾਜੇ ਸਿਕੰਦਰ ਦੇ ਕੋਲ ਚਲਾ ਗਿਆ ਤੇ ਜਾ ਕੇ ਸਾਰੀ ਗੱਲਬਾਤ ਦੱਸੀ ਹੈ ਵੀ ਮੈਂ ਰਹਿਣ ਵਾਲਾ ਤੇ ਉਸ ਦੇ ਰਾਜ ਦਾ ਹਾਂ, ਪਰ ਉੱਥੇ ਇਹਨਾਂ ਗੱਲਾਂ ਕਰਕੇ ਮੈਂ ਦੁਖੀ ਹਾਂ, ਮੈਂ ਤਾਂ ਤੇਰੇ ਕੋਲ ਆਇਆ। ਨਾਲੇ ਇਬਰਾਹਿਮ ਰਾਜੇ ਦੀ ਸਾਰੀ ਕਰਤੂਤ ਵੀ ਦੱਸ ਦਿੱਤੀ। ਸਿਕੰਦਰ ਕਹਿਣ ਲੱਗਾ, ਠੀਕ ਹੈ, ਤੂੰ ਸਾਡੇ ਕੋਲ ਰਹਿ। ਤੇ ਜਦੋਂ ਇਸ ਗੱਲ ਦੀ ਖਬਰ ਇਬਰਾਹਿਮ ਰਾਜੇ ਨੂੰ ਪਹੁੰਚੀ ਕਿ ਮੇਰੇ ਸ਼ਹਿਰ ਦਾ ਇੱਕ ਵਿਅਕਤੀ
ਆਪਣੇ ਪੁੱਤਰ ਦਾ ਵਿਆਹ ਕਰਕੇ ਮੇਰੇ ਕੋਲ ਨਹੀਂ ਆਇਆ, ਮੇਰੇ ਪੜੋਸੀ ਰਾਜੇ ਕੋਲ ਚਲਾ ਗਿਆ। ਉਹਨੇ ਉਸੇ ਵੇਲੇ ਚਿੱਠੀ ਲਿਖ ਕੇ ਉਸ ਰਾਜੇ ਨੂੰ ਆਖਿਆ, ਇਹ ਮੇਰੇ ਲੋਕ ਨੇ, ਮੇਰੇ ਰਾਜ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਛੇਤੀ ਦੇ ਨਾਲ ਇੱਥੋਂ ਕੱਢ ਕੇ ਤੇ ਮੇਰੇ ਰਾਜ ਨੂੰ ਭੇਜਣਾ ਕਰ। ਤੇ ਜਦੋਂ ਉਹ ਚਿੱਠੀ ਸਿਕੰਦਰ ਰਾਜੇ ਨੇ ਪੜ੍ਹੀ ਤੇ ਪੜ੍ਹ ਕੇ ਉਹ ਕਹਿਣ ਲੱਗਾ, ਨਹੀਂ, ਇਹ ਮੇਰੀ ਸ਼ਰਨ ਵਿੱਚ ਆਏ ਨੇ, ਇਹਨਾਂ ਦੀ ਇੱਜ਼ਤ ਰੱਖਣੀ ਮੇਰਾ ਫਰਜ਼ ਬਣਦਾ, ਹੁਣ ਇਹਨਾਂ ਦੀ ਇੱਜ਼ਤ ਮੇਰੀ ਇੱਜ਼ਤ ਹੈ। ਤੇ ਉਸ ਵੇਲੇ ਸਮਝਾਉਣ ਦਾ ਬੜਾ ਯਤਨ ਕੀਤਾ, ਬੜੀਆਂ ਧਾਰਮਿਕ ਗੱਲਾਂ ਸਮਝਾਈਆਂ, ਬੜੇ ਬੜੇ ਤਰੀਕੇ ਵਰਤੇ, ਜਿੰਨਾ ਉਹ ਸਮਝਾ ਸਕਦਾ ਸੀ ਸਮਝਾਇਆ ਵੀ ਇਹਦੀ ਬਿਰਤੀ ਬਦਲ ਜਾਵੇ, ਸੋਚ ਬਦਲ ਜਾਵੇ ਤੇ ਇਹਨਾਂ ਕਰਮਾਂ ਤੋਂ ਹਟ ਜਾਵੇ। ਪਰ ਜਦੋਂ ਇੰਨਾ ਸਮਝਾਉਣ ਤੋਂ ਮਗਰੋਂ ਉਹਨੇ ਵੇਖਿਆ ਵੀ ਇਹ ਤੇ ਬਦਲਿਆ ਹੀ ਨਹੀਂ, ਉਸੇ ਤਰ੍ਹਾਂ ਦਾ ਹੀ ਹੈ। ਫਿਰ ਉਸਨੇ ਆਪਣੀ ਫੌਜ ਭੇਜ ਦਿੱਤੀ। ਜਦੋਂ ਫੌਜ ਭੇਜੀ ਹੈ ਤੇ ਫੌਜ ਦੇ ਨਾਲ ਜਦੋਂ ਜੰਗ ਹੋਇਆ ਤੇ ਸਿਕੰਦਰ ਦੀ ਫੌਜ ਜਿੱਤ ਗਈ ਤੇ ਇਬਰਾਹਿਮ ਜਿਹੜਾ ਵਕਾਰੀ ਸੀ, ਪਾਪੀ ਬੁੱਧੀ ਵਾਲਾ ਸੀ, ਉਹਦੀ ਫੌਜ ਹਾਰ ਗਈ ਹੈ। ਉਹਦੀ ਫੌਜ ਨੂੰ ਵੀ ਕੈਦ ਵਿੱਚ ਪਾ ਲਿਆ ਤੇ ਉਸ ਰਾਜੇ ਨੂੰ ਵੀ ਕੈਦ ਵਿੱਚ ਪਾਇਆ। ਕੈਦ ਵਿੱਚ ਪਾਉਣ ਤੋਂ ਮਗਰੋਂ ਫਿਰ ਉਸ ਨੂੰ ਚੰਗੇ ਚੰਗੇ ਮਹਾਤਮਾ ਦੀ ਸੰਗਤ ਵਿੱਚ ਸਿਕੰਦਰ ਬਿਠਾਇਆ ਕਰੇ। ਮਹਾਤਮਾ ਉਸ ਨੂੰ ਕਈ ਤਰ੍ਹਾਂ ਦੀਆਂ ਸਾਖੀਆਂ, ਕਈ ਤਰ੍ਹਾਂ ਦਾ ਇਤਿਹਾਸ ਜਾਂ ਵੇਦਾਂ ਸ਼ਾਸਤਰਾਂ ਦੇ ਪ੍ਰਮਾਣ ਦੇ ਕੇ ਸਮਝਾਇਆ ਕਰਨ ਵੀ ਰਾਜਨ, ਇਹ ਜੋ ਤੂੰ ਕੰਮ ਕਰਦਾ ਪਿਆ ਇਹ ਗਲਤ ਹੈ, ਇਹ ਪਾਪ ਹੈ। ਇੱਕ ਤੇ ਉਹਨਾਂ ਦੀ ਸਿੱਖਿਆ ਦਾ ਅਸਰ ਹੈ, ਦੂਜਾ ਜਦੋਂ ਜੇਲ੍ਹ ਦੇ ਵਿੱਚ ਰਿਹਾ ਤੇ ਜੇਲ੍ਹ ਨੇ ਇਸ ਦੇ ਉੱਪਰ ਬੜੀ ਸੱਟ ਮਾਰੀ ਹੈ, ਬੜੀ ਜ਼ਿੰਦਗੀ ਵਿੱਚ ਤਬਦੀਲੀ ਆ ਗਈ, ਬੜਾ ਫਰਕ ਆ ਗਿਆ ਵੀ ਮੈਂ ਰਾਜਾ ਹੋ ਕੇ ਜੇਲ੍ਹ ਵਿੱਚ ਧੱਕੇ ਖਾਂਦਾ ਹਾਂ। ਕੁਝ ਸਮਾਂ ਬਤੀਤ ਹੋ ਗਿਆ ਤੇ ਜੀਵਨ ਬਦਲ ਗਿਆ। ਫਿਰ ਮਾਫੀ ਮੰਗੀ ਸਿਕੰਦਰ ਦੇ ਕੋਲੋਂ, ਅੱਜ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰਾਂਗਾ ਜਿਹੜੇ ਪਹਿਲਾਂ ਕਰਦਾ ਸੀ। ਰਾਜੇ ਸਿਕੰਦਰ ਨੇ ਵੇਖਿਆ ਵੀ ਇਹ ਸੁਧਰ ਗਿਆ, ਪਛਤਾਪ ਕਰਦਾ ਪਿਆ। ਉਸ ਵੇਲੇ ਪੂਰੇ ਮਾਣ ਸਨਮਾਨ ਦੇ ਸਮੇਤ ਜਿਹੜੀ ਫੌਜ ਉਹਦੀ ਕੈਦ ਕੀਤੀ ਸੀ ਉਹ ਵੀ ਛੱਡ ਦਿੱਤੀ, ਰਾਜ ਵੀ ਉਹਨੂੰ ਦੇ ਦਿੱਤਾ ਔਰ ਉਹਨੂੰ ਵੀ ਰਿਹਾ ਕਰ ਦਿੱਤਾ। ਇਸ ਤਰ੍ਹਾਂ ਦੀ ਇਹ ਜਿਹੜੀ ਸਾਖੀ ਹੈ, ਇਤਿਹਾਸ ਹੈ, ਵਿਦਵਾਨਕਾਰਾਂ ਨੇ ਗ੍ਰੰਥਾਂ ਵਿੱਚ ਲਿਖਿਆ। ਇਸੇ ਹੀ ਇਤਿਹਾਸ ਨੂੰ, ਸਾਖੀ ਨੂੰ ਢਾਡੀ ਜਿਹੜੇ ਸਨ, ਢਾਡੀ ਸਿੰਘ, ਢਾਡੀ ਸਿੱਖ ਜਿਹੜੇ ਸਨ, ਉਹ ਮਹਾਰਾਜ ਨੂੰ ਸੁਣਾਉਂਦੇ ਪਏ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਕਾਲ ਤਖਤ ਸਾਹਿਬ ਤੇ ਦੀਵਾਨ ਸਜਿਆ ਹੋਇਆ ਤੇ ਇੱਥੇ ਉਹ ਸੁਣਾਉਂਦੇ ਪਏ ਇਹਨਾਂ ਸੂਰਮਿਆਂ ਦੀ ਗਾਥਾ, ਸਿਕੰਦਰ ਤੇ ਇਬਰਾਹਿਮ ਦੀ। ਤੇ ਜਦੋਂ ਉਹ ਧੁਨ ਸੁਣੀ ਮਹਾਰਾਜ ਨੇ, ਜਿਸ ਧੁਨ ਦੇ ਵਿੱਚ ਵਾਰਾਂ ਪੜੀਆਂ, ਤੇ ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੂੰ ਕਹਿਣ ਲੱਗੇ ਵੀ ਇਹ ਜਿਹੜੀ ਧੁਨੀ ਹੈ ਇਹਨੂੰ ਗੂਜਰੀ ਦੀ ਜਿਹੜੀ ਵਾਰ ਹੈ ਉਹਦੇ ਉੱਪਰ ਅੰਕਿਤ ਕੀਤਾ ਜਾਵੇ, ਚੜਾਇਆ ਜਾਵੇ। ਤੇ ਭਾਈ ਗੁਰਦਾਸ ਜੀ ਨੇ ਲਿਖਿਆ ਸਿਕੰਦਰ ਇਬਰਾਹਿਮ ਕੀ ਵਾਰ। ਸਿਕੰਦਰ ਔਰ ਜਿਹੜਾ ਇਬਰਾਹਿਮ ਰਾਜਾ ਹੈ ਉਹਨਾਂ ਦਾ ਕਿਵੇਂ ਜੰਗ ਹੋਇਆ, ਉਸ ਜੰਗ ਨੂੰ ਢਾਡੀਆਂ ਨੇ ਕਿਵੇਂ ਗਾਇਆ, ਉਸ ਧੁਨ ਦੇ ਵਿੱਚ ਰਾਗੀਆਂ ਨੂੰ ਹੁਕਮ ਹੋਇਆ ਵੀ ਰਾਗੀ ਵੀ ਇਸ ਵਾਰ ਨੂੰ ਜਦੋਂ ਗਾਉਣਗੇ ਉਸ ਲੈ ਦੇ ਵਿੱਚ, ਉਸ ਤਰਜ ਦੇ ਵਿੱਚ, ਉਸ ਰਾਗ ਦੇ ਵਿੱਚ ਹੀ ਗਾਉਣਗੇ। ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਉਸ ਧੁਨ ਦੇ ਵਿੱਚ ਇਸ ਵਾਰ ਨੂੰ ਪੜ੍ਹਿਆ ਜਾਏ। ਇਹ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਨਿਰੰਕਾਰ ਇੱਕ ਹੈ, ਗੁਰੂ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਹੈ, ਗੁਰੂ ਦੀ ਪ੍ਰਸੰਨਤਾ ਲਈ ਹੈ, ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ। ਸ਼ਲੋਕ ਮਹਲਾ ਤੀਜਾ। ਇਹੋ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੀ। ਹੁਣ ਗੁਰੂ ਅਮਰਦਾਸ ਜੀਆਂ ਦਾ ਇਹ ਸ਼ਬਦ ਆਪਾਂ ਨੂੰ ਪ੍ਰਾਪਤ ਹੋ ਰਿਹਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਤੇ ਸਤਿਗੁਰੂ ਕਹਿਣ ਲੱਗੇ ਇਹ ਜਗਤ ਮਮਤਾ ਮੂਆ। ਮਮਤਾ ਕੀ ਹੈ? ਮੈਂ, ਮੇਰੀ, ਆ ਮੇਰਾ, ਆ ਮੇਰਾ, ਆ ਮੇਰਾ ਕਰਦਿਆਂ ਸਾਰਾ ਸੰਸਾਰ ਸਾਡੇ ਤੋਂ ਪਹਿਲਾਂ ਜਿਹੜਾ ਆਇਆ ਸੀ ਉਹ ਮਰ ਕੇ ਚਲਾ ਗਿਆ। ਜਿਹੜਾ ਸਾਡੇ ਨਾਲ ਇਸ ਵੇਲੇ ਆਇਆ ਹੋਇਆ ਇਹ ਵੀ ਮਰ ਕੇ ਜਾਂਦਾ ਪਿਆ। ਜਿਹੜਾ ਸਾਡੇ ਤੋਂ ਬਾਅਦ ਵਿੱਚ ਆਵੇਗਾ ਉਹਨੇ ਵੀ ਮਰ ਕੇ ਇਸ ਤੋਂ ਚਲੇ ਜਾਣਾ। ਇਸ ਸੰਸਾਰ ਦੀ ਹਾਲਤ ਇਹੋ ਜਿਹੀ ਬਣੀ ਹੋਈ ਹੈ
ਵੀ ਇਹ ਜਗਤ ਮਮਤਾ ਦੇ ਵਿੱਚ ਲੱਗ ਕੇ, ਮੈਂ ਮੇਰੀ ਵਿੱਚ ਲੱਗ ਕੇ, ਮੋਹ ਦੇ ਵਿੱਚ ਲੱਗ ਕੇ ਜਗਤ ਮੂਆ ਮਰਦਾ ਜਾ ਰਿਹਾ ਹੈ। ਜੀਵਨ ਕੀ ਵਿਧ ਨਾ ਹੈ, ਜਿਉਣ ਦਾ ਸਹੀ ਤਰੀਕਾ ਤੇ ਕਿਸੇ ਨੂੰ ਆਇਆ ਹੀ ਨਹੀਂ। ਜਿਉਣਾ ਕਿਸ ਤਰ੍ਹਾਂ ਹੈ ਜਾਂ ਕਾਹਦੇ ਲਈ ਅਸੀਂ ਆਏ ਹਾਂ, ਉਹ ਕੰਮ ਤੇ ਅਸੀਂ ਕੀਤਾ ਨਹੀਂ। ਹੁਣ ਕਿਸੇ ਮਨੁੱਖ ਨੂੰ ਜੇ ਕਿਸੇ ਵਿਸ਼ੇਸ਼ ਕੰਮ ਤੇ ਭੇਜਿਆ ਜਾਵੇ ਵੀ ਇਹ ਕੰਮ ਤੂੰ ਜ਼ਰੂਰ ਕਰਨਾ ਹੈ, ਉਹ ਮਨੁੱਖ ਉਹ ਕੰਮ ਤੇ ਨਾ ਕਰੇ, ਪਰ ਜਿਹੜੇ ਕੰਮ ਨਹੀਂ ਆਉਣੇ ਕੰਮ ਉਹ ਕਰਕੇ ਆਵੇ ਤੇ ਉਸ ਉੱਪਰ ਖੁਸ਼ੀ ਨਹੀਂ ਹੁੰਦੀ ਹੈ। ਜਿਸ ਵਾਸਤੇ ਭੇਜਿਆ ਉਹ ਤੇ ਕੀਤਾ ਨਹੀਂ, ਹੋਰ ਕਰਕੇ ਆ ਗਿਆ। ਪਰਮਾਤਮਾ ਨੇ ਜਿਸ ਕੰਮ ਵਾਸਤੇ ਤੈਨੂੰ ਸੰਸਾਰ ਵਿੱਚ ਭੇਜਿਆ ਉਹ ਤੇ ਕੀਤਾ ਨਹੀਂ, ਸਗੋਂ ਸੰਸਾਰ ਵਿੱਚ ਪਦਾਰਥ ਹੀ ਇਕੱਠੇ ਕਰਦਾ ਰਿਹਾ, ਵਸਤੂਆਂ ਇਕੱਠੀਆਂ ਕਰਦਾ ਰਿਹਾ, ਤੇ ਫਿਰ ਖੁਸ਼ੀ ਕਿਵੇਂ ਹੋਵੇਗੀ? ਪਰਮਾਤਮਾ ਦੀ ਨਹੀਂ ਹੋਵੇਗੀ। ਮਹਾਰਾਜ ਕਹਿਣ ਲੱਗੇ ਜੀਵਨ ਕੀ ਬਿਧ ਨਾ ਹੈ, ਇਹਨੂੰ ਜਿਉਣ ਦਾ ਤਰੀਕਾ ਹੀ ਨਹੀਂ ਆਇਆ ਵੀ ਦੁਨੀਆ ਵਿੱਚ ਜਾ ਕੇ ਕੀ ਕਰਨਾ ਹੈ, ਕਿਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਨੇ ਲਿਖਿਆ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ। ਹੁਣ ਸਾਡਾ ਸਵਾਲ ਇਹ ਬਣ ਗਿਆ ਨਾ ਵੀ ਮਹਾਰਾਜ ਜਿਉਣ ਦਾ ਤਰੀਕਾ ਸਾਨੂੰ ਦੱਸ ਦਿਓ, ਸਾਨੂੰ ਨਹੀਂ ਆਉਂਦਾ, ਸਾਨੂੰ ਪਤਾ ਲੱਗੇ ਵੀ ਦੁਨੀਆ ਵਿੱਚ ਕਿਵੇਂ ਜਿਉਈਦਾ ਹੈ। ਤੇ ਮਹਾਰਾਜ ਕਹਿੰਦੇ ਪਹਿਲਾ ਬਚਨ ਇਹ ਹੈ ਵੀ ਜੇ ਤੂੰ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ ਤੇ ਫਿਰ ਭਲਕੇ ਉੱਠ। ਭਲਕੇ ਤੋਂ ਭਾਵ ਹੁੰਦਾ ਵੀ ਹਰ ਰੋਜ਼ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ। 10 ਗੁਰੂ ਸਾਹਿਬਾਨ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਤੁਹਾਨੂੰ ਇਸ ਇਤਿਹਾਸ ਵਿੱਚੋਂ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਇਹ ਗੱਲ ਕਦੇ ਨਹੀਂ ਮਿਲੇਗੀ ਵੀ ਮਹਾਰਾਜ ਅੰਮ੍ਰਿਤ ਵੇਲੇ ਨਹੀਂ ਸਨ ਉੱਠਦੇ ਜਾਂ ਕਿਤੇ ਉਹ ਅੰਮ੍ਰਿਤ ਵੇਲੇ ਨਾ ਉੱਠੇ ਹੋਣਗੇ। ਨਹੀਂ, ਭਾਵੇਂ ਸਰੀਰ ਵਿੱਚ ਕੋਈ ਢਿੱਲ ਮੱਠ ਹੈ, ਪਰ ਅੰਮ੍ਰਿਤ ਵੇਲਾ ਉਹਨਾਂ ਨੇ ਬਿਲਕੁਲ ਸੰਭਾਲਿਆ ਤਾਂ ਕਿ ਸਾਨੂੰ ਸਿੱਖਿਆ ਮਿਲੇ। ਤੇ ਸਤਿਗੁਰੂ ਇੱਥੇ ਬਚਨ ਕਰ ਰਹੇ ਨੇ, ਕਹਿਣ ਲੱਗੇ ਭਲਕੇ ਉੱਠ। ਪਹਿਲਾਂ ਅੰਮ੍ਰਿਤ ਵੇਲੇ ਉੱਠ, ਇਹ ਹੈ ਜਿਉਣ ਦਾ ਤਰੀਕਾ। ਬਚਨ ਆਪਾਂ ਪੜ੍ਹਦੇ ਸੀ ਨਾ ਕਿ ਜੀਵਨ ਕੀ ਵਿਧ ਨਾ ਹੈ, ਬੰਦੇ ਨੂੰ ਜਿਉਣ ਦਾ ਤਰੀਕਾ ਨਹੀਂ ਆਉਂਦਾ, ਕਿਵੇਂ ਜਿਉਣਾ ਹੈ। ਤੇ ਮਹਾਰਾਜ ਕਹਿੰਦੇ ਜਿਉਣ ਦਾ ਤਰੀਕਾ ਪਹਿਲਾ ਸਬਕ ਤੇਰੇ ਵਾਸਤੇ ਇਹ ਹੈ, ਅੰਮ੍ਰਿਤ ਵੇਲੇ ਉੱਠ। ਭਲਕੇ ਉੱਠ ਹਰ ਨਾਮ ਧਿਆਵੈ। ਹੁਣ ਕੁਝ ਲੋਕ ਉਹ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਉਹਨਾਂ ਦਾ ਕੰਮਕਾਰ ਹੀ ਇਹੋ ਜਿਹਾ, ਉਹਨਾਂ ਦਾ ਬਿਜ਼ਨਸ ਇਹੋ ਜਿਹਾ, ਉਹਨਾਂ ਦੀ ਨੌਕਰੀ ਇਹੋ ਜਿਹੀ ਹੈ, ਉਹਨਾਂ ਨੂੰ ਤੜਕੇ ਉੱਠਣਾ ਪੈਂਦਾ ਹੈ। ਉੱਠ ਕੇ ਉਹਨਾਂ ਨੂੰ ਆਪਣੇ ਕੰਮ ਤੇ ਜਾਣਾ ਪੈਂਦਾ, ਭੱਜ ਦੌੜ ਕਰਨੀ ਪੈਂਦੀ ਹੈ। ਮਹਾਰਾਜ ਕਹਿਣ ਲੱਗੇ ਅਸੀਂ ਉਹ ਉੱਠਣਾ ਨਹੀਂ ਕਹਿ ਰਹੇ ਜਿਹੜਾ ਕੰਮ ਦੇ ਵਾਸਤੇ ਉੱਠ ਕੇ ਦੌੜਨਾ ਹੈ, ਅਸੀਂ ਉਸ ਉੱਠਣ ਵਾਸਤੇ ਕਹਿ ਰਹੇ ਹਾਂ ਜਿਸ ਨੂੰ ਉੱਠ ਕੇ ਤੂੰ ਨਾਮ ਜਪ ਸਕੇ। ਭਲਕੇ ਉੱਠ ਹਰ ਨਾਮ ਧਿਆਵੈ। ਜੇ ਉੱਠਿਆ ਤੇ ਨਾਮ ਜਪ। ਕੰਮਾਂ ਵਾਸਤੇ ਤਾਂ ਆਪਾਂ ਉੱਠਦੇ ਹੀ ਹਾਂ। ਕਈ ਵਾਰੀ ਆਪਾਂ ਦੂਰ ਕਿਤੇ ਸਫ਼ਰ ਤੇ ਜਾਣਾ ਹੁੰਦਾ ਕਿਸੇ ਰਿਸ਼ਤੇਦਾਰ ਦੇ ਕੋਲ, ਤੇ ਪਤਾ ਵੀ ਸਫ਼ਰ ਲੰਮਾ ਤੇ ਅਸੀਂ ਤੜਕੇ ਉੱਠ ਕੇ ਚੱਲ ਪੈਂਦੇ। ਉੱਠੇ ਤੇ ਹਾਂ, ਪਰ ਉਹ ਉੱਠਿਆ ਸਫਲਾ ਨਹੀਂ, ਕਿਉਂਕਿ ਉਹ ਉੱਠ ਕੇ ਅਸੀਂ ਨਾਮ ਨਹੀਂ ਜਪਿਆ। ਨਾਮ ਨਹੀਂ ਜਪਣਾ, ਅਸੀਂ ਆਪਣੇ ਕੰਮ ਤੇ ਚੱਲੇ ਹਾਂ। ਕੁਝ ਲੋਕ ਉਹ ਨੇ ਜਿਨ੍ਹਾਂ ਦੀ ਨੌਕਰੀ ਦੂਰ ਹੈ, ਉਹਨਾਂ ਨੂੰ ਦੂਰ ਜਾਣ ਵਾਸਤੇ ਤੜਕੇ ਉੱਠਣਾ ਪੈਂਦਾ, ਤਿਆਰ ਹੋਣਾ ਪੈਂਦਾ। ਤਿਆਰ ਤੇ ਹੋਏ ਨੇ, ਨਹਾਤੇ ਧੋਤੇ ਤੇ ਨੇ, ਪਰ ਸਫਲੇ ਤੇ ਨਹੀਂ ਨਾ ਹੋਏ, ਕਿਉਂਕਿ ਉਹ ਆਪਣੇ ਕੰਮ ਨੂੰ ਅਹਿਮੀਅਤ ਦੇ ਰਹੇ ਨੇ। ਕੰਮ ਵਾਸਤੇ ਉੱਠੇ ਨੇ, ਨਾ ਕਿ ਨਾਮ ਜਪਣ ਵਾਸਤੇ। ਸਤਿਗੁਰੂ ਕਹਿ ਰਹੇ ਨੇ ਜਿਹੜਾ ਤੜਕੇ ਉੱਠਣ ਦੀ ਅਸੀਂ ਤੈਨੂੰ ਗੱਲ ਆਖੀ ਹੈ, ਉਹ ਤਾਂ ਆਖੀ ਹੈ ਵੀ ਤੜਕੇ ਉੱਠ ਕੇ ਤੂੰ ਨਾਮ ਜਪੇ। ਇਹ ਕੰਮ ਤੇ ਜਾਂਦਾ ਪਿਆ ਤਾਂ ਵੀ ਨਾਮ ਜਪ ਸਕਦਾ। ਭਲਕੇ ਉੱਠ ਹਰ ਨਾਮ ਧਿਆਵੈ। ਜੀਵਨ ਕੀ ਬਿਧ ਨਾ ਹੈ, ਜਿਉਣ ਦਾ ਤਰੀਕਾ ਨਹੀਂ। ਇਹ ਸਬਕ ਪੱਲੇ ਬੰਨ ਲਾ, ਅੱਜ ਤੋਂ ਚੰਗੀ ਤਰ੍ਹਾਂ ਗੱਠ ਮਾਰ ਲਾ ਇਸ ਬਚਨ ਦੇ ਉੱਪਰ ਵੀ ਮੈਂ ਭਾਵੇਂ ਕਿਤੇ ਨੌਕਰੀ ਤੇ ਜਾਵਾਂ, ਭਾਵੇਂ ਕਿਸੇ ਰਿਸ਼ਤੇਦਾਰ ਕੋਲ ਤੜਕੇ ਉੱਠ ਕੇ ਤੁਰਾਂ, ਭਾਵੇਂ ਮੈਂ ਘਰ ਵਿੱਚ ਬੈਠਾ ਹੋਇਆ ਹਾਂ, ਮੈਂ ਤੜਕੇ ਉੱਠ ਕੇ ਇਸ਼ਨਾਨ ਵੀ ਕਰਾਂਗਾ ਔਰ ਨਿਤਨੇਮ ਵੀ ਕਰਾਂਗਾ। ਜੇ ਤੇ ਬਚਨ ਕਮਾਵੇਂਗਾ ਫਿਰ ਤੇ ਜਿਉਣ ਦਾ ਆ ਗਿਆ ਤਰੀਕਾ। ਤੇ ਜੇ ਕੇਵਲ ਸੁਣ ਹੀ ਛੱਡਿਆ, ਸੁਣ ਕੇ ਚਲੋ ਜੀ ਆਪਾਂ ਘਰ ਨੂੰ ਚਲੇ ਗਏ, ਬਚਨ ਕਮਾਇਆ ਨਹੀਂ, ਉਹਨਾਂ ਬਚਨਾਂ ਤੇ ਚੱਲਿਆ ਨਹੀਂ, ਤੇ ਕਮਾਈ ਕਿਵੇਂ? ਮਹਾਰਾਜ ਕਹਿਣ ਲੱਗੇ ਭਾਈ ਇਹ ਕਮਾਈ ਦਾ ਬਚਨ ਹੈ, ਕੇਵਲ ਸੁਣੀ ਨਾ ਜਾ, ਸੁਣ ਕੇ ਮਨ ਵੀ ਉਸ ਬਚਨ ਨੂੰ। ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ। ਅਗਲਾ ਬਾਰਾ ਦਾ ਬਚਨ ਹੈ ਵੀ ਉਦਮ ਹੋਣਾ ਚਾਹੀਦਾ, ਦਲਿੱਦਰ ਨਹੀਂ ਹੋਣਾ ਚਾਹੀਦਾ।
ਤੇ ਸਭ ਤੋਂ ਵੱਡਾ ਉਦਮ ਹੈ ਤੜਕੇ ਉੱਠਣ ਦਾ। ਤੜਕੇ ਉੱਠੋਗੇ, ਰਾਤ ਨੂੰ ਭਾਵੇਂ ਨੀਂਦ ਨਾ ਆਵੇ ਪਰ ਤੜਕੇ ਜ਼ਰੂਰ ਆਵੇਗੀ। ਕਈ ਵਾਰੀ ਬੰਦਾ ਉੱਠ ਕੇ ਮੰਜੇ ਤੇ ਬੈਠਦਾ, ਫਿਰ ਲੇਟ ਜਾਂਦਾ, ਦਲਿੱਦਰ ਪੈਂਦਾ, ਸੁਸਤੀ ਪੈਂਦੀ ਹੈ, ਸਰੀਰ ਥੱਕਿਆ ਮਹਿਸੂਸ ਕਰਦਾ। ਮਹਾਰਾਜ ਕਹਿਣ ਲੱਗੇ ਉਸ ਵੇਲੇ ਉਦਮ ਕਰ, ਕਿਉਂਕਿ ਕਲਯੁਗ ਨੇ ਤੇਰੇ ਤੇ ਚਾਦਰ ਪਾਈ ਹੈ। ਕਲਯੁਗ ਤੈਨੂੰ ਥਾਪੜਦਾ ਪਿਆ ਵੀ ਇਹ ਨਾ ਉੱਠੇ, ਮੇਰੀ ਗ੍ਰਿਫਤ ਵਿੱਚੋਂ ਬਾਹਰ ਨਾ ਜਾਏ। ਪਰ ਉਸ ਵੇਲੇ ਤੂੰ ਗੁਰੂ ਨਾਨਕ ਸਾਹਿਬ ਦੇ ਜਦੋਂ ਨਾਮ ਨੂੰ ਜਪੇਗਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਤੇ ਫਿਰ ਤੈਨੂੰ ਉਦਮ ਦੇ ਵਾਸਤੇ ਮਹਾਰਾਜ ਬਲ ਵੀ ਬਖਸ਼ਿਸ਼ ਕਰ ਦੇਣਗੇ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੈ ਅੰਮ੍ਰਿਤ ਸਰਨ ਆਵੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਿ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੈ ਅੰਮ੍ਰਿਤ ਸਰਨ ਆਵੈ। ਇਸਨਾਨ ਕਰੇ ਜਲ ਦੇ ਨਾਲ, ਨਲਕੇ ਦਾ ਜਲ, ਟੂਟੀ ਦਾ ਜਲ, ਖੂਹ ਦਾ ਜਲ, ਨਹਿਰ ਦਾ ਜਲ, ਅਤੇ ਜਦੋਂ ਸਮਾਂ ਮਿਲੇ ਗੁਰੂ ਦੇ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰੇ, ਜਾਂ ਘਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਇੱਥੇ ਨਾਮ ਦਾ ਇਸ਼ਨਾਨ ਕਰੇ। ਜਿਹੜਾ ਆਪਾਂ ਬਚਨ ਸੁਣਦੇ ਪਏ ਹਾਂ ਗੁਰਬਾਣੀ ਦਾ, ਇਹ ਸਾਡਾ ਨਾਮ ਦਾ ਇਸ਼ਨਾਨ ਹੁੰਦਾ ਪਿਆ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ, ਘਰ ਦੇ ਵਿੱਚ ਇਸ਼ਨਾਨ ਕੀਤਾ, ਅੰਮ੍ਰਿਤ ਸਰਨ ਆਵੈ। ਇਹ ਅੰਮ੍ਰਿਤ ਸਰੋਵਰ ਹੈ ਜਿੱਥੇ ਸੰਗਤ ਵਿੱਚ ਆ ਕੇ ਬੈਠੇ ਹੋ, ਇੱਥੇ ਵੀ ਇਸ਼ਨਾਨ ਹੁੰਦਾ ਪਿਆ। ਜੀਵਨ ਕੀ ਬਿਧ ਨਾਹੇ, ਜੇ ਤੈਨੂੰ ਜਿਉਣ ਦਾ ਤਰੀਕਾ ਨਹੀਂ ਆਉਂਦਾ, ਮਹਾਰਾਜ ਕਹਿੰਦੇ ਇਹ ਹੈ ਜਿਉਣ ਦਾ ਤਰੀਕਾ। ਸਤਿਗੁਰਾਂ ਦਾ ਪਹਿਲਾ ਬਚਨ ਹੈ, ਇਹੋ ਜਗਤ ਮਮਤਾ ਮੂਆ। ਸੰਸਾਰ ਮੈਂ ਮੇਰੀ ਵਿੱਚ ਲੱਗਾ, ਮਰਦਾ ਜਾਂਦਾ, ਜੰਮਦਾ ਜਾਂਦਾ, ਫਿਰ ਮਰਦਾ ਖਪਦਾ ਪਿਆ। ਕਾਰਨ ਇਹ ਆ ਵੀ ਇਹਨੂੰ ਜਿਉਣਾ ਨਹੀਂ ਆਇਆ। ਦੁਨੀਆ ਨੂੰ ਨਹੀਂ ਪਤਾ ਵੀ ਦੁਨੀਆ ਵਿੱਚ ਜਿਉਣਾ ਕਿਵੇਂ ਹੈ। ਗੁਰੂ ਕਿਹਾ ਸਿੱਖਾ ਤੇਰੇ ਵੱਡੇ ਭਾਗ ਨੇ ਜੋ ਗੁਰੂ ਦੇ ਕੋਲ ਆਇਆ, ਤੇ ਤੇਰਾ ਗੁਰੂ ਤੈਨੂੰ ਦੱਸਦਾ ਪਿਆ ਹੈ ਵੀ ਜਿਉਣਾ ਕਿਵੇਂ ਹੈ। ਤੇਰਾ ਗੁਰੂ ਤੇਰੇ ਤੇ ਕਿਰਪਾ ਕਰਦਾ ਵੀ ਤੂੰ ਕਾਹਦੇ ਵਾਸਤੇ ਆਇਆ ਹੈ, ਕੀ ਕਰਨਾ ਹੈ। ਗੁਰਬਾਣੀ ਦਾ ਇਹ ਸ਼ਬਦ ਤੇ ਅਸੀਂ ਕਈ ਵਾਰੀ ਪੜ੍ਹਿਆ ਹੋਵੇਗਾ, ਕਈ ਵਾਰੀ ਸੁਣਿਆ ਹੋਵੇਗਾ, ਪਰ ਅਮਲ ਨਹੀਂ ਨਾ ਕੀਤਾ। ਮਹਾਰਾਜ ਦਾ ਬਚਨ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ। ਸੁਣਿਆ ਤੇ ਹੈ ਪਰ ਸੁਣ ਕੇ ਮੰਨਿਆ ਨਹੀਂ। ਜਦੋਂ ਮੰਨੇਗਾ ਉਹਦੇ ਉੱਪਰ ਚੱਲੇਗਾ, ਪ੍ਰਾਪਤੀ ਉਦੋਂ ਹੈ। ਪਾਸ ਉਦੋਂ ਹੋਵੇਗਾ, ਸਫਲਤਾ ਹੀ ਉਦੋਂ ਮਿਲੇਗੀ ਜਦੋਂ ਉਹਦੇ ਉੱਪਰ ਅਮਲ ਕਰੇਗਾ। ਪਰ ਜੇ ਅਮਲ ਨਹੀਂ ਕੀਤਾ ਫਿਰ ਸਫਲਤਾ ਹੀ ਨਹੀਂ ਹੈ। ਵਿਦਿਆਰਥੀ ਦੇ ਕਲਾਸ ਵਿੱਚ 100 ਬੈਠਾ ਹੈ, ਪਰ 100 ਵਿੱਚੋਂ ਪਹਿਲਾ ਨੰਬਰ ਉਹਨੂੰ ਮਿਲਣਾ ਜਿਹਨੇ ਸੁਣ ਕੇ ਤੇ ਉਹਦਾ ਕਮਾਈ ਕੀਤੀ ਹੈ, ਉਹਦਾ ਮੰਨਣ ਕੀਤਾ, ਉਹਦੇ ਉੱਪਰ ਚੱਲਿਆ। ਤੇ ਇੱਕ ਵਿਦਿਆਰਥੀ 100 ਦੇ ਵਿੱਚ ਉਹ ਵੀ ਬੈਠਾ ਹੈ ਜਿਹਨੇ ਨਾ ਧਿਆਨ ਨਾਲ ਸੁਣਿਆ, ਤੇ ਮੰਨਣਾ ਤੇ ਦੂਰ ਦੀ ਗੱਲ, ਉਹ ਫੇਲ ਹੋ ਕੇ ਬੈਠਾ। ਇਸੇ ਤਰ੍ਹਾਂ ਗੁਰੂ ਦਾ ਬਚਨ ਸੁਣਦਾ ਤੇ ਪਿਆ, ਸੁਣਨ ਤੱਕ ਸੀਮਤ ਨਾ ਰਹੇ, ਉਹਦੀ ਕਮਾਈ ਕਰੇਗਾ, ਗੱਲ ਤਾਂ ਬੰਨੀ ਹੈ। ਜੀਵਨ ਕੀ ਬਿਧ ਨਾਹੇ, ਜੇ ਤੈਨੂੰ ਜਿਉਣਾ ਨਹੀਂ ਆਉਂਦਾ, ਤੇ ਤੇਰੇ ਗੁਰੂ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਦੱਸਿਆ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ, ਜੋ ਗੁਰੂ ਨੇ ਸਿੱਖਿਆ ਦਿੱਤੀ ਹੈ, ਸਾਨੂੰ ਸਿੱਖਿਆ ਕੀ ਦਿੱਤੀ ਹੈ ਕਿ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ। ਇਹ ਸਿੱਖਿਆ ਦਿੱਤੀ ਹੈ। ਜੇ ਕੋਈ ਪੁੱਛਦਾ ਨਾ ਸਾਡੇ ਕੋਲੋਂ ਵੀ ਗੁਰੂ ਦੀ ਸਿੱਖਿਆ ਕੀ ਹੈ, ਗੁਰੂ ਦੀ ਸਿੱਖਿਆ ਇਹ ਹੈ ਨਾਮ ਜਪਣਾ, ਵਾਹਿਗੁਰੂ ਮੰਤਰ ਦੀ ਕਮਾਈ। ਮਹਾਰਾਜ ਕਹਿਣ ਲੱਗੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਤੇ ਫਿਰ ਕੀ ਹੋਵੇਗਾ, ਸਭ ਕਿਲ ਵਿਖ ਪਾਪ ਦੁਖ ਲਹਿ ਜਾਵੇ। ਜਿਵੇਂ ਅਸੀਂ ਸਾਬਣ ਦੇ ਨਾਲ ਕੱਪੜੇ ਦੀ ਮੈਲ ਧੋ ਕੇ ਸਾਫ਼ ਕਰ ਲਈਦਾ, ਨਾਮ ਦੇ ਨਾਲ ਜਿਹੜੇ ਕਿਲ ਵਿਖ ਪਾਪ ਨੇ, ਵੱਡੇ ਪਾਪ ਨੇ, ਬੱਜਰ ਪਾਪ ਨੇ, ਵੱਡੇ ਗੁਨਾਹ ਨੇ ਜਿਹੜੇ ਕਿਤਿਓਂ ਮਾਫ ਨਹੀਂ ਹੁੰਦੇ, ਨਾਮ ਜਪੇਗਾ ਉਸ ਪਾਪ ਦੀ ਮੈਲ ਵੀ ਗੁਰੂ ਧੋ ਦੇਵੇਗਾ। ਸਭ ਕਿਲ ਵਿਖ ਪਾਪ, ਵੱਡੇ ਪਾਪ, ਬੱਜਰ ਪਾਪ ਕਿਹੜੇ ਨੇ?
ਵੱਡਾ ਪਾਪ ਇਹ ਹੈ ਕੰਨਿਆ ਲੜਕੀ ਦੀ ਹੱਤਿਆ ਕਰਨੀ, ਜਿਸ ਨੂੰ ਭਰੂਣ ਹੱਤਿਆ ਕਿਹਾ ਜਾਂਦਾ। ਵੱਡਾ ਪਾਪ ਹੈ, ਦੁਨੀਆ ਕਰਦੀ ਤੇ ਹੈ, ਇਹ ਵੱਡਾ ਪਾਪ ਹੈ। ਮਹਾਰਾਜ ਕਹਿਣ ਲੱਗੇ ਕਿਲ ਬਿਖ ਪਾਪ, ਤੰਬਾਕੂ ਨੂੰ ਖਾ ਲੈਣਾ, ਬੀੜੀ ਸਿਗਰਟ ਨੂੰ ਪੀ ਲੈਣਾ, ਇਹ ਬੱਜਰ ਪਾਪ ਹੈ ਸਿੱਖ ਦੇ ਵਾਸਤੇ। ਵੱਖ-ਵੱਖ ਧਰਮਾਂ ਦੇ ਵਿੱਚ ਕਈ ਤਰ੍ਹਾਂ ਦੇ ਪਾਪ ਨੇ, ਪਰ ਸਿੱਖ ਧਰਮ ਦਾ ਪਾਪ ਸਿਗਰਟ ਪੀਣੀ, ਬੀੜੀ ਪੀਣੀ, ਤੰਬਾਕੂ ਖਾਣਾ। ਅੱਜ ਆਪਣੇ ਘਰਾਂ ਦੇ ਵਿੱਚ ਝਾਤੀ ਮਾਰ ਕੇ ਵੇਖੋ, ਆਪਣੇ ਪਰਿਵਾਰਾਂ ਵੱਲ, ਆਪਣੇ ਰਿਸ਼ਤੇਦਾਰਾਂ ਦੇ ਵੱਲ। ਸਾਡੇ ਬੱਚੇ ਐਸ ਪ੍ਰਸਤੀ ਵਿੱਚ ਪਏ ਹੋਏ, ਵਿਖਾਵੇ ਵਿੱਚ ਪਏ ਹੋਏ, ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜ਼ੀਰੋ ਬਣ ਗਏ ਕਿ ਇਹ ਅਸੀਂ ਵੇਖਿਆ ਹੈ ਸਿਨੇਮੇ ਵਿੱਚ ਜਾ ਕੇ, ਉਹਨੇ ਇਸ ਤਰ੍ਹਾਂ ਕੀਤਾ, ਮੈਂ ਵੀ ਕਰਾਂਗਾ। ਜਿਸ ਜਗਤ ਝੂਠ ਨੂੰ ਮਹਾਰਾਜ ਨੇ ਛੱਡਣ ਵਾਸਤੇ ਆਖਿਆ ਸੀ, ਅੱਜ ਉਹ ਕਰਦੇ ਪਏ ਨੇ। ਸਭ ਕਿਲ ਬਿਖ ਪਾਪ, ਇਹ ਵੀ ਪਾਪ ਜੇ ਕੀਤਾ ਹੈ ਨਾ ਤੇ ਨਾਮ ਜਪੇਗਾ ਤੇ ਇਹ ਪਾਪ ਵੀ ਧੋਤਾ ਜਾਏਗਾ। ਸਭ ਕਿਲ ਬਿਖ ਪਾਪ ਦੋਖ ਲਹਿ ਜਾਵੇ, ਜਿਹੜੇ ਦੋਖ ਨੇ ਨਾ ਦੁੱਖ, ਉਹ ਵੀ ਤੇਰੇ ਉਤਰ ਜਾਣਗੇ। ਬਚਨ ਇਹ ਪੜਿਆ ਜੀਵਨ ਕੀ ਬਿਦ ਨਾ ਹੈ, ਸਾਨੂੰ ਜਿਉਣਾ ਨਹੀਂ ਆਉਂਦਾ, ਮਹਾਰਾਜ ਦੱਸ ਦਿਓ। ਤੇ ਸਤਿਗੁਰਾਂ ਨੇ ਦੱਸਿਆ ਫਿਰ ਹੱਤਿਆ ਨਾ ਕਰ। ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਉਹਨੂੰ ਪਾਪੀ ਲਿਖਿਆ ਮਹਾਰਾਜ ਨੇ, ਹੱਤਿਆ ਕਰਨ ਵਾਲੇ ਨੂੰ। ਕਸਾਈ ਤੇ ਇੱਕ ਝਟਕੇ ਦੇ ਨਾਲ ਬੱਕਰੇ ਦਾ ਸਿਰ ਲਾਹ ਦਿੰਦਾ, ਕਸਾਈ ਤੇ ਇੱਕ ਵਾਰ ਦੇ ਨਾਲ ਮੁਰਗੇ ਦੀ ਧੌਣ ਲਾਹ ਦਿੰਦਾ। ਜਿਸ ਭਰੂਣ ਹੱਤਿਆ ਨੂੰ ਤੂੰ ਕਰਦਾ ਜਾਂ ਕਰਵਾਉਂਦਾ ਪਿਆ, ਉਹਦੀ ਬੋਟੀ ਬੋਟੀ ਕੱਟੀ ਜਾਂਦੀ ਹੈ, ਕੱਟ ਕੱਟ ਕੇ ਉਹਨੂੰ ਕੱਢਿਆ ਜਾਂਦਾ। ਕਿੱਡਾ ਵੱਡਾ ਪਾਪ ਕਰਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਅਸੰਖ ਪਾਪੀ, ਇਹੋ ਜਿਹੇ ਪਾਪੀਆਂ ਦੀ ਗਿਣਤੀ ਬੇਅੰਤ ਹੈ। ਪਾਪ ਕਰ ਜਾਹੇ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਜਿਨ੍ਹਾਂ ਨੂੰ ਜਿਉਣ ਦਾ ਤਰੀਕਾ ਨਹੀਂ, ਉਹ ਇਹ ਕੰਮ ਕਰਦੇ ਨੇ। ਉਹਨਾਂ ਨੂੰ ਫਿਕਰ ਇਹ ਹੈ ਵੀ ਜੇ ਲੜਕੀ ਜੰਮ ਪਈ ਤੇ ਪਤਾ ਨਹੀਂ ਅਸੀਂ ਇਹਨੂੰ ਪਾਲ ਸਕਦੇ ਹਾਂ, ਇਹਨੂੰ ਅਸੀਂ ਕੁਝ ਦੇ ਸਕਦੇ ਹਾਂ ਕਿ ਨਹੀਂ। ਇਹ ਗੱਲ ਨੂੰ ਭੁੱਲ ਗਿਆ, ਜਿਹਨੂੰ ਉਹ ਜਨਮ ਦਿੰਦਾ ਪਿਆ ਉਹਦਾ ਕਰਮ ਵੀ ਉਹ ਨਾਲ ਹੀ ਲਿਖ ਕੇ ਭੇਜਦਾ ਪਿਆ। ਉਹਦਾ ਕਰਮ ਲਿਖਿਆ ਹੋਇਆ ਰੱਬ ਨੇ ਵੀ ਇਹਨੇ ਇਹ ਕੁਝ ਕਰਨਾ ਹੈ, ਤੂੰ ਕਿਉਂ ਫਿਕਰ ਕਰੀ ਬੈਠਾ। ਸਭ ਕਿਲ ਬਿਖ ਪਾਪ ਦੁਖ ਲਹਿ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ। ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸਾਡਾ ਸਵਾਲ ਇਹ ਸੀ ਵੀ ਮਹਾਰਾਜ ਮੈਨੂੰ ਜਿਉਣਾ ਨਹੀਂ ਆਉਂਦਾ, ਵੀ ਦੁਨੀਆ ਵਿੱਚ ਜਿਉਣਾ ਕਿਵੇਂ ਹੈ। ਅਸੀਂ ਦੂਜੇ ਵੱਲ ਵੇਖ ਕੇ ਕੱਪੜਾ ਤੇ ਪਾ ਲੈਂਦੇ ਹਾਂ, ਸ਼ਕੀਨੀ ਤੇ ਕਰ ਲੈਂਦੇ ਹਾਂ। ਰਿਵਾਜ ਕਿਹੜਾ ਆ ਗਿਆ, ਰਿਵਾਜ ਦਾ ਸਾਨੂੰ ਪਤਾ ਹੈ। ਫੈਸ਼ਨ ਕਿਹੜਾ ਚੱਲਦਾ ਪਿਆ, ਟ੍ਰੈਂਡ ਕਿਹੜਾ ਚੱਲਦਾ ਪਿਆ, ਸਾਨੂੰ ਪਤਾ ਹੈ। ਇਹ ਤੇ ਤਰੀਕੇ ਸਾਨੂੰ ਦੁਨੀਆ ਵੱਲ ਵੇਖ ਕੇ ਆ ਗਏ ਨੇ। ਜੀਵਨ ਸਫਲਾ ਕਿਵੇਂ ਕਰਨਾ, ਇਹ ਤਰੀਕਾ ਨਹੀਂ ਆਇਆ। ਕਿਉਂਕਿ ਤਰੀਕਾ ਆਉਣਾ ਸੀ ਦੂਜੇ ਵੱਲ ਵੇਖ ਕੇ, ਜਿਵੇਂ ਅਸੀਂ ਫੈਸ਼ਨ ਦੂਜੇ ਵੱਲ ਵੇਖ ਕੇ ਕੀਤਾ। ਪਰ ਜਿਉਣ ਦਾ ਤਰੀਕਾ ਤੇ ਕਿਸੇ ਨੂੰ ਵੀ ਨਹੀਂ ਆਇਆ, ਤੇ ਸਿੱਖਾਂਗੇ ਕਿਹਦੇ ਕੋਲੋਂ। ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਵੇਂਗਾ। ਮਹਾਰਾਜ ਕਹਿਣ ਲੱਗੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਦਿਨ ਚੜ੍ਹਦੇ ਤੱਕ ਅੰਮ੍ਰਿਤ ਵੇਲੇ ਤੋਂ ਲੱਗਾ ਗੁਰੂ ਕਾ ਸਿੱਖ ਬੜੇ ਪ੍ਰੇਮ ਦੇ ਨਾਲ, ਨੇਮ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਨਿਤਨੇਮ ਕਰਦਾ ਪਿਆ, ਨਾਮ ਜਪਦਾ ਪਿਆ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜਦੋਂ ਤੁਰਿਆ ਤੁਰਿਆ ਜਾਂਦਾ ਬੈਠਦਾ ਉਦੋਂ ਵੀ ਆਖਦਾ ਵਾਹਿਗੁਰੂ, ਜਦੋਂ ਬੈਠਾ ਬੈਠਾ ਉੱਠਦਾ ਉਦੋਂ ਵੀ ਆਖਦਾ ਵਾਹਿਗੁਰੂ। ਤੇ ਸਾਡੀ ਹਾਲਤ ਹੋਰ ਹੈ, ਅਸੀਂ ਬਹਿਣ ਲੱਗਿਆਂ ਵੀ ਹਾਏ, ਉੱਠਣ ਲੱਗਿਆਂ ਵੀ ਹਾਏ। ਜੀਵਨ ਕੀ ਬਿਦ ਨਾ ਹੈ, ਸਾਨੂੰ ਜਿਉਣਾ ਨਹੀਂ ਸੀ ਆਉਂਦਾ। ਤੇ ਗੁਰੂ ਕੋਲੋਂ ਪੁੱਛਿਆ, ਗੁਰੂ ਨੇ ਦੱਸਿਆ ਬਹਿਣ ਲੱਗਿਆਂ ਹਾਏ ਹਾਏ ਕਰਦਾ, ਉੱਠਣ ਲੱਗਿਆਂ ਹਾਏ ਹਾਏ ਕਰਦਾ, ਤੁਰਨ ਲੱਗਿਆਂ ਹਾਏ ਹਾਏ ਕਰਦਾ। ਇਹ ਹਾਏ ਹਾਏ ਦੀ ਥਾਂ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ, ਕਿਤੇ ਰਾਮ ਰਾਮ ਕਹਿ ਲਿਆ ਕਰ, ਕਿਤੇ ਅੱਲਾ ਅੱਲਾ ਕਰ ਲਿਆ ਕਰ। ਉਹਦੇ ਨਾਮ ਨੂੰ ਜਪਿਆ ਕਰ। ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਤੇ ਪਾਤਸ਼ਾਹ ਜੀ ਦਾ ਬਚਨ ਜਿਨ੍ਹਾਂ ਨੇ ਕਮਾਇਆ, ਜੀਵਨ ਦੀ ਵਿਧ ਵੀ ਤੇ ਉਹਨਾਂ ਨੂੰ ਆਉਣੀ ਹੈ ਨਾ, ਜੀਵਨ ਦਾ ਤਰੀਕਾ ਵੀ ਤੇ ਉਹਨਾਂ ਨੂੰ ਹੀ ਆਉਣਾ।
ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਆਇਆ ਫਿਰ ਸਫਲੇ ਹੋ ਗਏ, ਜਿਨ੍ਹਾਂ ਨੂੰ ਨਹੀਂ ਆਇਆ ਸੰਸਾਰ ਵਿੱਚ ਸਫਲੇ ਨਹੀਂ ਹੋਏ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਤੇ ਪਾਤਸ਼ਾਹ ਜੀ ਕਹਿਣ ਲੱਗੇ ਬਚਨ ਇਹ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਤੇ ਜਿਹੜਾ ਸਿੱਖ ਇਹੋ ਜਿਹੀ ਅਵਸਥਾ ਵਾਲਾ ਬਣ ਜਾਂਦਾ ਉਹਨੂੰ ਫਿਰ ਗੁਰੂ ਪਿਆਰ ਵੀ ਕਰਦਾ ਹੈ, ਉਹਦੇ ਉੱਪਰ ਬਖਸ਼ਿਸ਼ ਵੀ ਕਰਦਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਅਸੀਂ ਸੰਸਾਰ ਦੇ ਮਨਮੁਖ ਲੋਕਾਂ ਦੀ ਹਾਲਤ ਦੱਸੀ ਹੈ। ਮਨਮੁਖਾਂ ਦੀ ਗਿਣਤੀ ਬਹੁਤੀ ਹੈ, ਪਾਪੀਆਂ ਦੀ ਗਿਣਤੀ ਬਹੁਤੀ ਹੈ, ਗੁਰੂ ਤੋਂ ਬੇਮੁਖ ਹੋਇਆਂ ਦੀ ਗਿਣਤੀ ਜ਼ਿਆਦਾ ਹੈ, ਸਨਮੁਖ ਹੋਇਆਂ ਦੀ ਗਿਣਤੀ ਬਹੁਤ ਘੱਟ ਹੈ, ਗੁਰੂ ਵਾਲੇ ਬਣਿਆਂ ਦੀ ਗਿਣਤੀ ਬੜੀ ਘੱਟ ਹੈ। ਤੇ ਇਹ ਮਨੁੱਖ ਬਹੁਤਿਆਂ ਦੀ ਸੰਗਤ ਨੂੰ ਕਬੂਲਦਾ ਹੈ, ਬਹੁਤੇ ਲੋਕ ਜੋ ਕਰਦੇ ਨੇ ਉਹ ਕਰਦਾ ਹੈ, ਕਿਉਂਕਿ ਘੱਟ ਤੇ ਸਾਡੀ ਨਿਗਾਹ ਵਿੱਚ ਆਉਂਦੇ ਹੀ ਨਹੀਂ। ਪਰ ਇੱਥੇ ਬਹੁਤਿਆਂ ਦੀ ਗੱਲ ਨਹੀਂ। ਮਹਾਰਾਜ ਕਹਿਣ ਲੱਗੇ ਇਹੋ ਜਗਤ ਮਮਤਾ ਮੂਆ, ਇਹ ਸੰਸਾਰ ਮਮਤਾ ਵਿੱਚ ਮੈਂ ਮੇਰੀ ਵਿੱਚ ਮਰਦਾ ਜਾਂਦਾ ਹੈ। ਮਹਾਰਾਜ ਕਿਉਂ ਮਰਦਾ ਜਾਂਦਾ ਹੈ? ਕਿਉਂਕਿ ਜੀਵਨ ਕੀ ਬਿਦ ਨਾ ਹੈ, ਦੁਨੀਆ ਨੂੰ ਜਿਉਣ ਦਾ ਤਰੀਕਾ ਆਇਆ ਹੀ ਨਹੀਂ ਵੀ ਸੰਸਾਰ ਵਿੱਚ ਜਿਉਣਾ ਕਿਵੇਂ ਹੈ। ਪਰ ਗੁਰੂ ਕੇ ਸਿੱਖ ਤੇਰੇ ਵੱਡੇ ਭਾਗ ਨੇ ਜੋ ਤੈਨੂੰ ਗੁਰੂ ਰਾਮਦਾਸ ਮਹਾਰਾਜ ਨੇ ਇਹ ਸ਼ਬਦ ਬਖਸ਼ਿਸ਼ ਕਰ ਦਿੱਤਾ। ਇਸ ਤਰੀਕੇ ਨਾਲ ਚੱਲੇਗਾ ਤੇ ਜੀਵਨ ਸਫਲਾ ਹੋਵੇਗਾ, ਫਿਰ ਤੈਨੂੰ ਤਰੀਕਾ ਆਵੇਗਾ। ਹੁਣ ਬਚਨ ਅਸੀਂ ਸੁਣ ਲਿਆ, ਹੁਣ ਮਰਜ਼ੀ ਸਾਡੀ ਹੈ ਵੀ ਕਮਾਈ ਕਰਕੇ ਜੀਵਨ ਦੇ ਤਰੀਕੇ ਨੂੰ ਸਿੱਖਣਾ ਜਾਂ ਨਾ ਕਮਾਈ ਕਰਕੇ ਫੇਲ ਹੀ ਰਹਿਣਾ ਹੈ। ਬਖਸ਼ਦੇ ਹਨ ਗੁਰ ਕਾ ਭਾਣਾ ਜੋ ਚੱਲੈ ਤਾਂ ਜੀਵਨ ਪਦਵੀ ਪਾਏ। ਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਜੋ ਗੁਰੂ ਕਰਦਾ ਜੋ ਹੁੰਦਾ ਪਿਆ ਉਹਦੇ ਵਿੱਚ ਖੁਸ਼ ਰਹਿੰਦੇ ਨੇ। ਹੁਕਮ ਰਜਾਈ ਚੱਲਣਾ, ਜਿਹੜੇ ਹੁਕਮ ਦੀ ਰਜਾ ਵਿੱਚ ਚੱਲਦੇ ਨੇ, ਜਿਹੜੇ ਕਹਿੰਦੇ ਵੀ ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਹੜੇ ਇੱਥੇ ਟਿਕੇ ਹੋਏ ਨੇ। ਪਰ ਇਹ ਗੱਲ ਕਹਿਣੀ ਸੌਖੀ ਹੈ, ਅਸੀਂ ਰਜਾ ਵਿੱਚ ਚੱਲਦੇ ਕੋਈ ਨਹੀਂ। ਸਾਡੀ ਮਰਜ਼ੀ ਹੋਵੇ ਤੇ ਹਵਾ ਚੱਲੇ, ਸਾਡੀ ਮਰਜ਼ੀ ਹੋਵੇ ਤੇ ਗਰਮੀ ਆਵੇ, ਸਾਡੀ ਮਰਜ਼ੀ ਹੋਵੇ ਤੇ ਮੀਂਹ ਪਵੇ, ਸਾਡੀ ਮਰਜ਼ੀ ਹੋਵੇ ਤੇ ਠੰਡ ਹੋਵੇ। ਅਸੀਂ ਇਹ ਚਾਹੁੰਦੇ ਹਾਂ। ਮਹਾਰਾਜ ਕਹਿਣ ਲੱਗੇ ਗੁਰ ਕਾ ਭਾਣੇ ਜੋ ਚੱਲੈ, ਜਿਹੜੇ ਗੁਰੂ ਦੇ ਭਾਣੇ ਹੁਕਮ ਦੇ ਵਿੱਚ ਚੱਲਦੇ ਨੇ ਜੀਵਨ ਪਦਵੀ ਉਹਨਾਂ ਨੇ ਪ੍ਰਾਪਤ ਕੀਤੀ ਹੈ। ਜੀਵਨ ਪਦ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਕਿਹਾ ਜਾਵੇਗਾ ਵੀ ਆ ਜਿਉਂਦੇ ਨੇ, ਬਾਕੀ ਤੇ ਮਰੇ ਨੇ ਮਮਤਾ ਦੇ ਵਿੱਚ ਲੱਗ ਕੇ, ਮੋਹ ਵਿੱਚ ਲੱਗ ਕੇ, ਮੈਂ ਮੇਰੀ ਵਿੱਚ ਲੱਗ ਕੇ। ਪਰ ਜਿਉਣ ਦੀ ਪਦਵੀ ਉਹਨਾਂ ਕੋਲ ਹੈ ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ ਹੈ। ਓਏ ਸਦਾ ਸਦਾ ਜਨ ਜੀਵ ਤੇ ਜੋ ਹਰ ਚਰਨੀ ਚਿਤ ਲਾਏ। ਇਹਨਾਂ ਨੇ ਗੁਰੂ ਦੇ ਕਹਿ ਮੁਤਾਬਕ, ਦੱਸੇ ਮੁਤਾਬਕ ਚਿੱਤ ਲਾਇਆ, ਨਾਮ ਦੇ ਨਾਲ ਚਿੱਤ ਲਾਇਆ ਗੁਰੂ ਦੇ ਨਾਲ। ਉਹ ਸਦਾ ਸਦਾ ਜਨ ਜੀਵ ਤੇ ਉਹ ਸਦਾ ਹੀ ਅਮਰ ਹੋ ਜਾਂਦੇ। ਇੱਥੇ ਵੀ ਉਹ ਜਿਉਂਦੇ ਪਏ ਨੇ ਮਨੁੱਖਾ ਜਨਮ ਦੇ ਵਿੱਚ। ਜਦੋਂ ਮਨੁੱਖਾ ਜਨਮ ਨੂੰ ਛੱਡ ਕੇ ਜਾਣਗੇ ਉਦੋਂ ਵੀ ਜਿਉਂਦੇ ਨੇ। ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਕਿਉਂਕਿ ਜਿਉਂਦੇ ਨੇ ਉਹ, ਮਰ ਕੇ ਵੀ ਅਮਰ ਨੇ, ਕਿਉਂਕਿ ਉਹਨਾਂ ਨੇ ਗੁਰੂ ਬਚਨਾਂ ਦੇ ਨਾਲ ਜਾਂ ਗੁਰੂ ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਜੋੜਿਆ ਹੋਇਆ ਹੈ। ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਏ। ਇਹਨਾਂ ਉੱਪਰ ਗੁਰੂ ਦੀ ਨਜ਼ਰ ਹੁੰਦੀ ਹੈ, ਕਿਰਪਾ ਹੁੰਦੀ ਹੈ। ਫਿਰ ਗੁਰੂ ਦੀ ਸਿੱਖਿਆ ਲੈ ਕੇ, ਉਪਦੇਸ਼ ਖੁਸ਼ੀ ਲੈ ਕੇ ਨਜ਼ਰੀ ਉਹ ਜਿਹੜਾ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਉਹ ਫਿਰ ਗੁਰਮੁਖ ਜਿਹੜੇ ਨੇ ਸਹਿਜ ਅਵਸਥਾ ਵਿੱਚ ਸਮਾ ਜਾਂਦੇ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਮਹਲਾ ਤੀਜਾ ਅੰਦਰ ਸੈਸਾ ਦੁੱਖ ਹੈ ਆਪੇ ਸੇ ਧੰਦੇ ਮਾਰ। ਮਹਾਰਾਜ ਕਹਿਣ ਲੱਗੇ ਮਨਮੁਖਾਂ ਦੇ ਅੰਦਰ ਕਦੇ ਸੰਸਾ ਜਾਂਦਾ ਹੀ ਨਹੀਂ, ਮਨਮੁਖਾਂ ਦੇ ਅੰਦਰ ਕਦੇ ਭਰਮ ਜਾਂਦਾ ਹੀ ਨਹੀਂ। ਭਰਮ ਇਹੋ ਜਿਹਾ ਉਹਨਾਂ ਦੇ ਘਰ ਵਿੱਚ ਘਰ ਕਰ ਗਿਆ ਹਿਰਦੇ ਵਿੱਚ ਵੀ ਕਈ ਯਤਨ ਕਰਦੇ ਪਏ, ਪਰ ਯਤਨ ਕਰਨ ਤੋਂ ਮਗਰੋਂ ਵੀ ਸੰਸਾ ਨਹੀਂ ਗਿਆ, ਭਰਮ ਨਹੀਂ ਗਿਆ, ਕਿਉਂਕਿ ਮਨਮੁਖਾਂ ਦੇ ਅੰਦਰ ਸੰਸ਼ੇ ਹੀ ਇੰਨੇ ਨੇ। ਇਹੋ ਸੰਸਾਰ ਵਿਕਾਰ ਸੰਸ਼ੇ ਮੈਂ, ਸਾਰਾ ਸੰਸਾਰ ਹੀ ਵਿਕਾਰਾਂ ਤੇ ਸੰਸ਼ਿਆਂ ਵਿੱਚ ਡੁੱਬਿਆ ਹੋਇਆ।
ਤੇ ਮਨਮੁਖਾਂ ਦੇ ਅੰਦਰ ਸੰਸ਼ੇ ਜ਼ਿਆਦੇ ਨੇ। ਗੁਰਮੁਖ ਤੇ ਫਿਰ ਵੀ ਭਰੋਸਾ ਕਰ ਲੈਂਦੇ। ਤੇ ਪਾਤਸ਼ਾਹ ਕਹਿਣ ਲੱਗੇ ਇਹੋ ਜਿਹੇ ਸੰਸ਼ਿਆਂ ਵਾਲੇ ਫਿਰ ਆਪ ਹੀ ਧੰਦੇ ਵਿੱਚ ਸਿਰ ਮਾਰਦੇ ਨੇ, ਭਾਵ ਕਿ ਧੰਦੇ ਵਿੱਚ ਫਸ ਜਾਂਦੇ ਹਨ। ਦੂਜੇ ਭਾਏ ਸੁੱਤੇ ਕਵੇ ਨਾ ਜਾਗੈ, ਮਾਇਆ ਮੋਹ ਪਿਆਰ। ਮਾਇਆ ਦੇ ਮੋਹ ਦਾ ਪਿਆਰ ਪਿਆ ਹੋਇਆ ਨਾ, ਦੁਐਤ ਵਿੱਚ ਲੱਗੇ ਹੋਏ, ਕਦੇ ਵੀ ਜਾਗਦੇ ਨਹੀਂ ਗੁਰੂ ਵਾਲੇ ਪਾਸੇ, ਹਰ ਵੇਲੇ ਮਮਤਾ ਵਿੱਚ ਸੁੱਤੇ ਹਨ। ਨਾਮ ਨਾ ਚੇਤੈ ਸ਼ਬਦ ਨਾ ਵਿਚਾਰੇ, ਇਹੋ ਮਨਮੁਖ ਕਾ ਆਚਾਰ। ਮਨਮੁਖ ਦੀ ਨਿਸ਼ਾਨੀ ਕੀ ਹੈ? ਮਨਮੁਖ ਦੀ ਨਿਸ਼ਾਨੀ ਇਹ ਹੈ, ਨਾਮ ਨਾ ਚੇਤਾ, ਨਾਮ ਨੂੰ ਕਦੇ ਯਾਦ ਨਹੀਂ ਕਰਦਾ। ਪਾਠ ਚੱਲਦਾ ਵੀ ਹੋਵੇਗਾ ਕਿ ਚਲੋ ਬਾਹਰ ਚੱਲੀਏ, ਗਲੀ 'ਚ ਜਾ ਕੇ ਖੜੇਗਾ। ਮਨਮੁਖ ਦੀ ਪਹਿਲੀ ਨਿਸ਼ਾਨੀ ਹੈ। ਸ਼ਬਦ ਨਾ ਵਿਚਾਰੇ, ਕਦੇ ਸ਼ਬਦ ਦੀ ਗੁਰੂ ਦੀ ਵਿਚਾਰ ਉਹਨੂੰ ਆਵੇਗੀ ਨਹੀਂ। ਮਨਮੁਖ ਦੇ ਐਸੇ ਕਰਤੱਵ ਲੱਛਣ ਹੁੰਦੇ ਹਨ। ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਜਿਨ੍ਹਾਂ ਨੇ ਨਾਮ ਨਹੀਂ ਨਾ ਪਾਇਆ ਉਹਨਾਂ ਨੇ ਜਨਮ ਨੂੰ ਵਿਅਰਥ ਗਵਾ ਲਿਆ, ਤੇ ਜਿਨ੍ਹਾਂ ਦਾ ਜਨਮ ਵਿਅਰਥ ਚਲੇ ਗਿਆ ਜਮ ਮਾਰ ਮਾਰ ਕੇ ਉਹਨਾਂ ਨੂੰ ਖਰਾਬ ਕਰੇਗਾ। ਜਦੋਂ ਜਨਮ ਹੀ ਖਰਾਬ ਕਰ ਲਿਆ, ਕੰਮ ਤੇ ਇੱਕ ਖਰਾਬ ਕਰ ਲਈਏ ਤੇ ਘਰ ਵਿੱਚੋਂ ਵੀ ਝਿੜਕਾਂ ਪੈਂਦੀਆਂ ਤੇ ਸਕੂਲ ਵਿੱਚੋਂ ਵੀ ਝਿੜਕਾਂ ਪੈਂਦੀਆਂ, ਇੱਕ ਕੰਮ ਖਰਾਬ ਕਰੀਏ। ਤੇ ਜਿਨ੍ਹਾਂ ਨੇ ਜਨਮ ਹੀ ਖਰਾਬ ਕਰ ਲਿਆ ਉਹਨਾਂ ਨੂੰ ਜਮ ਫਿਰ ਕਿਹੋ ਜਿਹੀਆਂ ਮਾਰਾਂ ਮਾਰਦਾ, ਗਿਣੀਆਂ ਨਹੀਂ ਜਾਂਦੀਆਂ ਹਨ। ਭੌਰੇ ਆਪਣਾ ਆਪ ਪਾਇਓ ਨਾ, ਤਦੋਂ ਹੋਰ ਨਾ ਕੋਈ। ਪਰਮਾਤਮਾ ਨੇ ਆਪਣੇ ਆਪ ਨੂੰ ਆਪੇ ਪੈਦਾ ਕੀਤਾ। ਜਦੋਂ ਰੱਬ ਨੇ ਪੈਦਾ ਕੀਤਾ ਆਪਣੇ ਆਪ ਨੂੰ, ਉਦੋਂ ਕੋਈ ਹੈ ਹੀ ਨਹੀਂ ਸੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪਣੇ ਆਪ ਤੋਂ ਪੈਦਾ ਹੋਇਆ ਹੈ। ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ। ਕਿਸੇ ਨਾਲ ਮਤਾ ਨਹੀਂ ਕਰਦਾ, ਕਿਸੇ ਨਾਲ ਸਲਾਹ ਨਹੀਂ ਕਰਦਾ। ਕਦੇ ਚਾਰ ਬੰਦਿਆਂ ਵਿੱਚ ਬੈਠ ਕੇ, ਕਦੇ ਬਹੁਤੇ ਬੰਦਿਆਂ ਵਿੱਚ ਬੈਠ ਕੇ ਸਲਾਹਾਂ ਨਹੀਂ ਕਰਦਾ ਵੀ ਮੈਂ ਕੱਲ ਨੂੰ ਕੀ ਕਰਾਂ। ਜੋ ਉਹਨੂੰ ਚੰਗਾ ਲੱਗਦਾ ਆਪਣੀ ਮਰਜ਼ੀ ਨਾਲ ਆਪੇ ਕਰਦਾ ਹੈ। ਤਦੋਂ ਆਕਾਸ਼ ਨਾ ਪਤਾਲ ਹੈ, ਨਾ ਤਰੈ ਲੋਈ। ਪਰਮਾਤਮਾ ਸੀ ਉਦੋਂ ਨਾ ਪਤਾਲ ਸਨ, ਨਾ ਆਕਾਸ਼ ਸਨ, ਤੇ ਨਾ ਤਿੰਨੇ ਲੋਕ ਸਨ, ਕੁਝ ਵੀ ਨਹੀਂ ਹੈ। ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਉਪਤ ਹੋਈ। ਨਿਰੰਕਾਰ ਪਰਮਾਤਮਾ ਆਪ ਹੀ ਸੀਗਾ, ਉਹਦੇ ਤੋਂ ਬਿਨਾ ਹੋਰ ਕੋਈ ਚੀਜ਼ ਪੈਦਾ ਨਹੀਂ ਹੋਈ ਹੈ। ਜੋ ਤਿਸ ਭਾਵੇ ਤਿਵੇਂ ਕਰੇ, ਤਿਸ ਬਿਨ ਅਵਰ ਨਾ ਕੋਈ। ਉਹਨੂੰ ਭਾਉਂਦਾ ਹੈ ਉਹ ਉਵੇਂ ਕਰਦਾ ਹੈ, ਉਹਦੇ ਬਿਨਾ ਦੂਜਾ ਕੋਈ ਹੈ ਹੀ ਨਹੀਂ ਜਿਹੜਾ ਉਹਨੂੰ ਸਲਾਹ ਦੇਵੇ। ਉਹਦੇ ਬਿਨਾ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਕੁਝ ਹੋਰ ਕਰ ਸਕੇ। ਜਿਵੇਂ ਉਹਨੂੰ ਭਾਉਂਦਾ ਹੈ ਉਵੇਂ ਉਹ ਕਰਦਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਉਪਤ ਹੋਈ। ਜੋ ਤਿਸ ਭਾਵੇ ਤਿਵੇਂ ਕਰੇ, ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।